ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧਰਨ ਗਗਨ ਨਭ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭ੍ਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇ ਨਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਜਿਸ ਪਿਆਰੇ ਸਿਉ ਨੇ, ਤਿਸ ਆਗੇ ਮਰ ਚਲੀਐ। ਤ੍ਰਿਗ ਜੀਵਨ ਸੰਸਾਰ, ਤਾਂ ਕੈ ਪਾਛੈ ਜੀਵਨਾ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ। ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਬਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਗੋਦ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਗੁਰੂ ਚਰਨਾਂ ਵਿੱਚ ਅੱਜ ਦੇ ਹਫ਼ਤਾਵਾਰੀ ਦੀਵਾਨ ਗੁਰੂ ਬਖਸ਼ਿਸ਼ ਸਦਕਾ ਆਪਾਂ ਗੁਰੂ ਚਰਨਾਂ ਦੇ ਵਿੱਚ ਸਜ ਕੇ ਉਹਨਾਂ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਜਿੱਥੇ ਆਪਾਂ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਜਿੱਥੇ ਗੁਰਤਾ ਗੱਦੀ ਦਿਵਸ ਹੈ, ਉੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਵੀ ਗੁਰਤਾ ਗੱਦੀ ਦਿਵਸ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਆਪਾਂ ਨਾਲ ਹੀ, ਕਿਉਂਕਿ ਅੱਜ ਗੁਰੂ ਬਖਸ਼ਿਸ਼ ਸਦਕਾ ਇਹ ਸਾਰੇ ਜਿਹੜੇ ਗੁਰਪੁਰਬ ਨੇ, ਜੋਤੀ ਜੋਤ ਦਿਵਸ ਹੈ, ਆਪਾਂ ਮਨਾ ਰਹੇ ਹਾਂ। ਤੋ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਬਚਨ ਆਪਾਂ ਮੰਗਲਾਚਰਨ ਰੂਪ ਵਿੱਚ ਪੜ੍ਹਿਆ ਸੀ ਕਿ ਤ੍ਰਿਗ ਜੀਵਨ ਸੰਸਾਰ। ਤ੍ਰਿਗ ਦੇ ਅਰਥ ਹੁੰਦੇ ਨੇ ਲਾਹਨਤ। ਇੱਥੇ ਆਮ ਸਾਡੀ ਪਿੰਡਾਂ ਦੀ ਜਿਹੜੀ ਬੋਲੀ ਹੈ, ਇਉਂ ਕਹਿ ਲਓ ਜਿਹੜੀ ਠੇਠ ਪੰਜਾਬੀ ਸੀ, ਸਾਡੇ ਗੁਰੂ ਸਾਹਿਬਾਨਾਂ ਨੇ ਉਹਨੂੰ ਬਾਣੀ ਦੇ ਵਿੱਚ ਮਾਣ ਸਤਿਕਾਰ ਬਖਸ਼ਿਆ। ਪਾਤਸ਼ਾਹ ਜੀ ਦਾ ਬਚਨ ਹੈ, ਜਿਸ ਪਿਆਰੇ ਸਿਉ ਨੇ ਦੇ ਅਰਥ ਨੇ ਪ੍ਰੇਮ ਪਿਆਰ। ਤਿਸ ਆਗੇ ਮਰ ਚਲੀਐ, ਜਿਹਦੇ ਨਾਲ ਸਨੇਹ ਹੈ, ਜਿਹਦੇ ਨਾਲ ਮੁਹੱਬਤ ਹੈ,
ਉਹਦੇ ਲਈ ਆਪਣਾ ਆਪ ਸਮਰਪਿਤ। ਇੱਥੇ ਮਰ ਚੱਲੀਏ ਸਰੀਰ ਦੀ ਗੱਲ ਨਹੀਂ, ਇੱਥੇ ਅੰਦਰੋਂ ਆਪਣੀ ਆਪਣਤ ਤੇ ਹੰਕਾਰ ਨੂੰ ਇੱਕ ਪਾਸੇ ਕਰਕੇ ਗੁਰੂ ਦੇ ਚਰਨਾਂ ਦੇ ਵਿੱਚ ਸਮਰਪਿਤ ਹੋਣ ਦੀ ਗੱਲ ਕਰ ਰਹੇ ਨੇ। ਤੇ ਜੇ ਬਚਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਰਸਨਾ ਤੋਂ ਕਹੇ ਨੇ ਤੇ ਇਨ ਬਿਨ ਉਹਨਾਂ ਨੇ ਆਪਣੇ ਜੀਵਨ ਵਿੱਚ ਲਾਗੂ ਕੀਤੇ। ਇਤਿਹਾਸ ਕਹਿੰਦਾ ਹੈ ਕਿ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਇਹਨਾਂ ਦਾ ਜਿਹੜਾ ਸਹੁਰਾ ਪਿੰਡ ਸੀ ਉਹ ਸੀ ਸੰਗਰ। ਜਦੋਂ ਮੁਕਤਸਰ ਤੁਸੀਂ ਜਾਂਦੇ ਹੋ, ਮੱਤੇ ਦੀ ਸਰਾਂ ਜਿਹੜਾ ਇਹਨਾਂ ਦੀ ਜਨਮ ਭੂਮੀ ਸੀ। ਮੁਕਤਸਰ ਸਾਹਿਬ ਤੋਂ ਮੇਰੇ ਖਿਆਲ 'ਚ ਜੇ ਮੈਂ ਨਹੀਂ ਭੁੱਲਦਾ 4-5 ਕਿਲੋਮੀਟਰ ਹੋਏਗੀ ਮੱਤੇ ਦੀ ਸਰਾਂ। ਬਹੁਤ ਵੱਡਾ ਅਸਥਾਨ ਇਤਿਹਾਸਕ ਬਣਿਆ। ਇਹ ਇਹਨਾਂ ਦੀ ਜਨਮ ਭੂਮੀ ਹੈ। ਤੇ ਸੰਗਰ ਪਿੰਡ ਸਹੁਰੇ ਇਹਨਾਂ ਦੇ ਖਡੂਰ ਸਾਹਿਬ ਦੇ ਲਾਗੇ ਪਿੰਡ ਪੈਂਦਾ ਸੰਗਰ। ਉੱਥੇ ਕੁਝ ਸਮਾਂ ਇਹ ਰਹੇ ਤੇ ਜੋ ਸੱਸ ਦੇ ਸਹੁਰਾ ਸਨ ਉਹ ਵੀ ਚੱਲ ਵਸੇ। ਤੇ ਉਸ ਤੋਂ ਉਪਰੰਤ ਭਾਈ ਲਹਿਣਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਨੇ। ਪਰ ਜਿਹੜਾ ਪਹਿਲਾਂ ਵਾਲਾ ਜੀਵਨ ਹੈ ਤੇ ਜਿਹੜਾ ਬਾਅਦ ਵਾਲਾ ਜੀਵਨ ਹੈ, ਨਹੀਂ ਤੇ ਵੇਖੋ ਬੰਦੇ ਦਾ ਜਿਹੜਾ ਪਹਿਲਾਂ ਵਾਲਾ ਜੀਵਨ ਹੋਵੇ ਨਾ, ਜੇ ਉਹ ਵਧੀਆ ਨਾ ਹੋਵੇ ਤੇ ਜੇ ਉਸ ਘਟੀਆ ਜੀਵਨ ਤੋਂ ਉਹ ਉੱਚਾ ਜੀਵਨ, ਬੜਾ ਵਧੀਆ ਜੀਵਨ ਜਿਉਣ ਲੱਗ ਪਏ, ਅੰਮ੍ਰਿਤ ਛਕ ਲਵੇ, ਗੁਰੂ ਵਾਲਾ ਬਣ ਜੇ, ਗੁਰੂ ਕੋਲ ਆਉਣ ਲੱਗ ਪਏ, ਤੇ ਲੋਕ ਵੇਖੋ ਉਹਦਾ ਫੇਰ ਵੀ ਪਿਛਲਾ ਜੀਵਨ ਨਹੀਂ ਛੱਡਦੇ। ਪਹਿਲਾਂ ਇਹ ਇੰਜ ਕਰਦਾ ਸੀ, ਪਹਿਲਾਂ ਇੱਦਾਂ ਦਾ ਹੁੰਦਾ ਸੀ। ਭਾਵ ਜਿਹੜਾ ਸਮਾਂ ਲੰਘ ਗਿਆ, ਜੋ ਬਤੀਤ ਹੋ ਗਿਆ ਨਾ, ਅਸੀਂ ਇੰਜ ਕਹਿ ਲਓ ਉਹਨੂੰ ਪਟ ਕੇ ਅੱਗੇ ਲਿਆਵਾਂਗੇ। ਪਰ ਜਿਹੜਾ ਉਹ ਜੀਵਨ ਹੁਣ ਵਰਤਮਾਨ ਸਮੇਂ ਦੇ ਵਿੱਚ ਬਤੀਤ ਕਰ ਰਹੇ ਹੈ, ਉਹਦੇ ਬਾਰੇ ਆਪਾਂ ਗੱਲ ਨਹੀਂ ਕਰਦੇ। ਖੈਰ ਕਹਿੰਦੇ ਭਾਈ ਲਹਿਣਾ ਜੀ ਇਤਿਹਾਸ ਕਹਿੰਦਾ ਹੈ ਕਿਵੇਂ ਉਹਨਾਂ ਨੇ ਦੇਵੀ ਦੀ ਉਪਾਸਨਾ ਵੀ ਕਰਨੀ, ਦੇਵੀਆਂ ਦੇ ਕੋਲ ਵੀ ਜਾ ਕੇ ਉਹਨਾਂ ਨੇ ਦੀਵੇ ਆਦਿਕ ਸਭ ਕੁਝ। ਮੁੱਕਦੀ ਗੱਲ ਜਦੋਂ ਪੂਰਾ ਗੁਰੂ ਨਹੀਂ ਸੀ ਮਿਲਿਆ, ਉਦੋਂ ਜੀਵਨ ਉਹਨਾਂ ਦਾ ਸਨਾਤਨੀ ਸੀ। ਜਿੱਦਾਂ ਅੱਜ ਕਈ ਹਿੰਦੂ ਭਰਾ ਕਹਿ ਦਿੰਦੇ ਨੇ, ਕਹਿੰਦੇ ਸਾਰੇ ਗੁਰੂ ਸਾਹਿਬਾਨ ਉਹ ਸਿੱਖੋ, ਤੁਸੀਂ ਸਾਡੇ ਵਿੱਚੋਂ ਆਏ ਹੋ, ਤੁਸੀਂ ਹਿੰਦੂ ਜੀ। ਉਹ ਸਾਨੂੰ ਤਾਂ ਕਹਿੰਦੇ ਨੇ ਕਿਉਂਕਿ ਸਾਡੇ ਬਹੁਤੇ ਕੰਮ ਉਹਨਾਂ ਦੇ ਨਾਲ ਥੋੜੇ ਮੈਚ ਕਰਦੇ ਨੇ ਤੇ ਉਹਨਾਂ ਦਾ ਕੰਮ ਅਸੀਂ ਸੌਖਾ ਕਰ ਦਿੱਤਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਮੈਨੂੰ ਸੱਜਣ ਦੀ ਗੱਲ ਚੇਤੇ ਆਈ। ਕਹਿੰਦੇ ਕੋਈ ਤੁਰਿਆ ਜਾ ਰਿਹਾ ਸੀ ਪੰਡਿਤ ਮੰਦਰ ਦੇ ਵਿੱਚ, ਤੇ ਉਹ ਪੁੱਛਦਾ, ਕਹਿੰਦਾ ਪੰਡਿਤ ਮਹਾਰਾਜ ਬੜੇ ਦੌੜੇ ਜਾ ਰਹੇ ਹੋ, ਬੜੀ ਭੱਜ ਨੱਠ ਜੀ ਹੈ, ਗੱਲ ਕੀ ਹੈ? ਉਹ ਕਹਿੰਦਾ ਮੈਂ ਲੇਟ ਹੋ ਗਿਆ, ਮੰਦਰ ਵਿੱਚ ਜਾਣਾ। ਉੱਥੇ ਮੈਨੂੰ ਮੇਰੇ ਜਿਹੜੇ ਸਰੋਤੇ ਕਹਿ ਲਓ ਉਹ ਉਡੀਕਦੇ ਹੋਣਗੇ, ਮੈਂ ਜਾ ਕੇ ਪੂਜਾ ਕਰਨੀ। ਕਹਿੰਦਾ ਮੈਂ ਅੱਗੇ ਗਿਆ। ਇਹ ਦਿੱਲੀ ਸ਼ਹਿਰ ਦੀ ਗੱਲ ਕਿਸੇ ਸੱਜਣ ਨੇ ਦੱਸੀ ਸੀ। ਕਹਿੰਦਾ ਮੈਂ ਅੱਗੇ ਗਿਆ ਤੇ ਅੱਗੇ ਮੈਨੂੰ ਇੱਕ ਮੁਸਲਮਾਨ ਮਿਲਦਾ ਹੈ ਤੇ ਉਹਨੂੰ ਮੈਂ ਪੁੱਛਿਆ ਤੁਸੀਂ ਕਿੱਧਰ ਚੱਲੇ ਹੋ? ਉਹ ਕਹਿੰਦਾ ਮੈਂ ਮਸਜਿਦ ਚੱਲਿਆ, ਮੇਰਾ ਨਮਾਜ਼ ਪੜ੍ਹਨ ਦਾ ਅਦਾ ਕਰਨ ਦਾ ਟਾਈਮ ਹੋ ਗਿਆ। ਉਹ ਕਹਿੰਦਾ ਕੁਝ ਦਿਨਾਂ ਤੋਂ ਬਾਅਦ ਇੱਕ ਹੋਰ ਸੱਜਣ ਮਿਲਦਾ ਹੈ, ਪੁੱਛਿਆ ਵੀ ਤੂੰ ਕਿੱਥੇ ਚੱਲਿਆ? ਬੜੀ ਕਾਹਲੀ। ਕਹਿੰਦਾ ਲੇਟ ਮੈਂ ਵੀ ਹੋ ਗਿਆ। ਉਹ ਸੀ ਈਸਾਈ। ਉਹ ਕਹਿੰਦਾ ਮੈਂ ਬਾਈਬਲ ਪੜ੍ਹਨੀ ਹੈ ਜਾ ਕੇ, ਮੇਰਾ ਵੀ ਟਾਈਮ ਹੋ ਗਿਆ, ਮੈਂ ਜਾ ਕੇ ਉੱਥੇ ਸੰਬੋਧਨ ਕਰਨਾ ਹੈ। ਤੋ ਹਿੰਦੂ ਮਿਲਿਆ, ਪੰਡਿਤ ਮਿਲਿਆ, ਕਹਿੰਦਾ ਮੰਦਰ ਵਿੱਚ ਜਾ ਰਹੇ ਹਾਂ। ਮੁਸਲਮਾਨ ਮਿਲਿਆ, ਮਸਜਿਦ ਵਿੱਚ ਜਾ ਰਹੇ ਹਾਂ। ਈਸਾਈ ਮਿਲਿਆ, ਕਹਿੰਦਾ ਚਰਚ ਵਿੱਚ ਜਾ ਰਹੇ ਹਾਂ। ਉਹ ਕਹਿੰਦਾ ਸੁੱਖ ਨਾਲ ਕਹਿੰਦੇ ਇੱਕ ਮੈਨੂੰ ਸਿੱਖ ਵੀ ਮਿਲ ਗਿਆ। ਮੈਨੂੰ ਪੁੱਛਿਆ ਹੁਣ ਇਹ ਤੁਸੀਂ ਗੱਲ ਆਪਣੀ ਤੇ ਨਾ ਲਾ ਲਿਓ। ਉਹ ਕਹਿੰਦਾ ਮੈਨੂੰ ਅੱਗੋਂ ਸਿੱਖ ਮਿਲ ਗਿਆ। ਮੈਂ ਕਿਹਾ ਤੂੰ ਕਿੱਥੇ ਚੱਲਿਆ? ਉਹ ਕਹਿੰਦਾ ਲੰਗਰ ਛਕਣ ਚੱਲਿਆ ਗੁਰਦੁਆਰੇ। ਆਖੋ ਸਤਨਾਮ। ਉਹ ਕਹਿੰਦੇ ਪੰਡਿਤ ਮਿਲਿਆ, ਕਹਿੰਦਾ ਮੈਂ ਉੱਥੇ ਗੀਤਾ ਪੜ੍ਹਨ ਚੱਲਿਆ। ਮੁਸਲਮਾਨ ਕਹਿੰਦਾ ਨਮਾਜ਼ ਪੜ੍ਹਨ ਚੱਲਿਆ। ਈਸਾਈ ਕਹਿੰਦਾ ਮੈਂ ਉੱਥੇ ਬਾਈਬਲ ਦਾ ਪਾਠ ਕਰਨ ਚੱਲਿਆ। ਪਰ ਕਹਿੰਦੇ ਜੋ ਸਿੱਖ ਨੂੰ ਪੁੱਛਿਆ ਉਹ ਕਹਿੰਦਾ ਮੈਂ ਇਕੱਲਾ ਲੰਗਰ ਹੀ ਛਕਣ ਚੱਲਿਆ। ਹੁਣ ਵੇਖੋ,
ਹੁਣ ਕਈਆਂ ਨੇ ਆਪਣੇ ਹਿਸਾਬ ਨਾਲ ਅਰਥ ਕਰਨੇ ਆ। ਲੰਗਰ ਹੈ ਨਾ ਜਿਹੜਾ, ਇਹ ਲੰਗਰ ਦੀ ਕਦਰ ਤਾਂ ਜੇ ਤੁਸੀਂ ਆਉਂਦੇ ਹੋ, ਜੇ ਸੰਗਤ ਆਉਂਦੀ ਹੈ ਨਾ ਤਾਂ ਲੰਗਰ ਦੀ ਕਦਰ ਹੈ। ਜੇ ਮੰਨ ਲਓ ਲੰਗਰ ਤਿਆਰ ਕਰਕੇ ਰੱਖ ਲਈਏ, ਪ੍ਰਸ਼ਾਦਾ ਪਾਣੀ, ਤੁਸੀਂ ਆਓ ਹੀ ਨਾ ਤੇ ਲੰਗਰ ਦੀ ਵੀ ਕੋਈ ਅਹਿਮੀਅਤ ਨਹੀਂ। ਗੁਰੂ ਕਾ ਲੰਗਰ ਸੰਗਤ ਵਾਸਤੇ ਤਿਆਰ ਹੁੰਦਾ ਹੈ, ਸੰਗਤ ਵਾਸਤੇ ਬਣਦਾ ਹੈ। ਇਹ ਮੈਂ ਤਾਂ ਉਦਾਹਰਨ ਦਿੱਤੀ ਸੀ ਕਿ ਜਦੋਂ ਗੁਰੂ ਦਾ ਸਿੱਖ ਆਉਂਦਾ, ਵੈਸੇ ਤਾਂ ਗੁਰੂ ਅਮਰਦਾਸ ਜੀ ਨੇ 2 ਵਚਨ ਕਹੇ ਨੇ, ਕਿਉਂਕਿ ਜਦੋਂ ਅਕਬਰ ਆਇਆ ਸੀ, ਤੁਸੀਂ ਸੁਣਿਆ ਸਭ ਨੇ ਕਿ ਅਕਬਰ ਦੇ ਘਰ ਦੇ ਵਿੱਚ ਔਲਾਦ ਨਹੀਂ ਸੀ ਹੁੰਦੀ। ਉਹਨੇ ਵੀ ਬੜੇ ਪੀਰ ਪੈਗੰਬਰ ਅਵਤਾਰ ਔਲੀਏ, ਉਹ ਵੀ ਜਗ੍ਹਾ ਜਗ੍ਹਾ ਗਿਆ ਕਿ ਮੇਰੇ ਘਰ ਵਿੱਚ ਔਲਾਦ ਨਹੀਂ ਹੋ ਰਹੀ। ਤੇ ਕਿਸੇ ਨੇ ਦੱਸਿਆ ਕਾਹਨੂੰ ਭੜਕਦਾ ਹੈ, ਤੂੰ ਕਿਉਂ ਨਹੀਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੋਇੰਦਵਾਲ ਸਾਹਿਬ ਚਲਿਆ ਜਾਂਦਾ, ਉੱਥੇ ਜਾ ਅਰਦਾਸ ਬੇਨਤੀ ਕਰੋ। ਤਾਂ ਨਿਮਾਣਿਆਂ ਦੀ ਵੀ ਮਾਣ ਨੇ, ਜਿਨ੍ਹਾਂ ਨੂੰ ਕੋਈ ਕਿਤੇ ਮਾਣ ਨਹੀਂ ਨਾ ਮਿਲਦਾ, ਉਹਨਾਂ ਦੇ ਕੋਲ ਜਾਈਏ ਤੇ ਮਾਣ ਮਿਲ ਜਾਂਦਾ। ਇਹ ਸੱਚ ਹੈ। ਜੇ ਤੁਹਾਨੂੰ ਕੋਈ ਵੀ ਨਹੀਂ ਨਾ ਜਾਣਦਾ ਇੱਥੇ ਅਮਰੀਕਾ 'ਚ, ਤੁਸੀਂ ਗੁਰਦੁਆਰਾ ਸਾਹਿਬ ਆਉਣਾ ਸ਼ੁਰੂ ਕਰ ਦਿਓ, ਦਰਬਾਰ ਵਿੱਚ ਬੈਠਣਾ ਸ਼ੁਰੂ ਕਰ ਦਿਓ, ਕਥਾ ਕੀਰਤਨ ਜਾਂ ਸੇਵਾ, ਤੁਹਾਡੀ ਪਹਿਚਾਣ ਆਪਣੇ ਆਪ ਹੀ ਬਣਨੀ ਸ਼ੁਰੂ ਹੋ ਜਾਣੀ ਹੈ। ਜੇ ਕੋਈ ਕਵੇ ਗੁਰਦੁਆਰੇ ਕੀ ਮਿਲਦਾ ਹੈ, ਬੇਨਤੀ ਕਰਾਂ, ਇੱਕ ਤੇ ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠਦਾ ਉਹ ਉਦਮੀ ਹੁੰਦਾ ਹੈ। ਦੂਜੀ ਗੱਲ, ਜਿਹੜਾ ਬੰਦਾ ਗੁਰਦੁਆਰੇ ਆਉਂਦਾ ਹੈ, ਜਿੱਥੇ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਆ, ਉੱਥੇ ਸਾਡੀ ਆਪਸੀ ਭਾਈਚਾਰਕ ਸਾਂਝ ਵੀ ਬਣਦੀ ਹੈ। ਇਹ ਤੇ ਕਿਹਦੇ ਕੋਲ ਟਾਈਮ ਹੈ ਕਿਸੇ ਨੂੰ ਮਿਲਣ ਦਾ, ਗੱਲਾਂ ਕਰਨ ਦਾ। ਜੇ ਤੁਹਾਡਾ ਸਾਰਿਆਂ ਦਾ ਆਪਸੀ ਇਹ ਪ੍ਰੇਮ ਪਿਆਰ ਹੈ ਨਾ, ਜਿਹੜੇ ਤੁਸੀਂ ਬੈਠੇ ਹੋ ਇੱਕ ਦੂਜੇ ਨੂੰ ਜਾਣਦੇ ਹੋ, ਇਹ ਗੁਰਦੁਆਰਿਆਂ ਦੀ ਬਦੌਲਤ ਹੀ ਜਾਣਦੇ ਆ ਆਪਾਂ, ਗੁਰੂ ਘਰਾਂ ਦੀ ਬਦੌਲਤ ਹੀ। ਇੱਕ ਹੋਰ ਬੇਨਤੀ ਕਰਦਾ ਜਾਵਾਂ, ਜਿਹੜੀ ਗਦਰ ਲਹਿਰ ਹੈ ਨਾ, ਗਦਰ ਲਹਿਰ ਕਰਕੇ ਗੁਰਦੁਆਰਾ ਨਹੀਂ, ਗੁਰਦੁਆਰਿਆਂ ਕਰਕੇ ਗਦਰ ਲਹਿਰ ਬਣੀ ਸੀ। ਗੁਰਦੁਆਰਿਆਂ ਕਰਕੇ ਸਭ ਤੋਂ ਪਹਿਲੋਂ ਇਹ ਅਮਰੀਕਾ ਦੀ ਧਰਤੀ ਤੇ ਸੰਤ ਬਾਬਾ ਜਵਾਲਾ ਸਿੰਘ ਜੀ, ਦਦੇਰ, ਹੋਰ ਅਨੇਕਾਂ, ਬਾਬਾ ਵਿਸਾਖਾ ਸਿੰਘ ਜੀ ਤੇ ਸੰਤ ਤੇਜਾ ਸਿੰਘ ਜੀ ਮਸਤੂਆਣੇ ਵਾਲੇ, ਤੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਸੀ ਸੰਤ ਅਤਰ ਸਿੰਘ ਜੀ ਨੇ। ਇਹ ਮੈਂ ਕਈ ਦਫਾ ਬੇਨਤੀ ਕੀਤੀ ਹੈ। ਜਦੋਂ ਉਹ ਇੱਥੋਂ ਅਮਰੀਕਾ ਕੈਨੇਡਾ ਤੋਂ ਗਏ ਸੀ ਨਾ ਪੰਜਾਬ ਦੀ ਧਰਤੀ ਤੇ, ਤਾਂ ਉਸ ਸਮੇਂ ਪੁੱਛਿਆ ਉਹਨਾਂ ਨੇ, ਕਹਿੰਦੇ ਕੀ ਹਾਲ ਹੈ ਵਿਦੇਸ਼ੀ ਸਿੱਖਾਂ ਦਾ? ਕਹਿੰਦੇ ਜੀ ਇੱਕ ਤਾਂ ਉਹਨਾਂ ਨੂੰ ਕੰਮਕਾਰ ਕਰਨ ਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਹੈ। ਉਹਨਾਂ ਦੀ ਦਸਤਾਰ ਦੇ ਨਾਲ ਜਦੋਂ ਹਿੰਦੁਸਤਾਨ ਤੋਂ ਅਮਰੀਕਾ ਦੀ ਧਰਤੀ ਤੇ ਸਾਡੇ ਭਾਰਤ ਲੋਕੀ ਆਏ ਸਨ, 90% ਲੋਕ ਪੰਜਾਬ ਦੇ ਸਨ। 90% ਜਾ ਕੇ ਦੱਸਿਆ ਜੀ ਉੱਥੇ ਹੈ ਤਾਂ ਬਹੁਤ ਔਖਾ, ਰੂਲ ਭਾਵੇਂ ਬੜੇ ਵਧੀਆ ਨੇ, ਗੋਰਿਆਂ ਕੋਲ ਜਾਈਦਾ, ਕੋਈ ਦਸਤਾਰ ਤੇ ਕਟਾਕਸ਼ ਕਰਦਾ, ਕੋਈ ਦਾੜੇ ਤੇ, ਕੋਈ ਕੱਪੜੇ ਵਸਤਰਾਂ ਤੇ। ਤਾਂ ਫਿਰ ਉਹ ਕਹਿਣ ਲੱਗੇ ਫਿਰ ਤੁਸੀਂ ਇਉਂ ਕਰੋ, ਗੁਰੂ ਦਾ ਅਸਥਾਨ ਬਣਾਓ, ਇੱਕ ਤੇ ਗੁਰਮਤਿ ਦਾ ਪ੍ਰਚਾਰ ਤੇ ਇੱਕ ਅੰਮ੍ਰਿਤ ਸੰਚਾਰ, ਇਹਨਾਂ 2 ਚੀਜ਼ਾਂ ਤੇ ਜ਼ੋਰ ਦਿਓ, ਤੁਹਾਡੀ ਸਿੱਖੀ ਦੀ ਫੁੱਲਵਾੜੀ ਵਧੇਗੀ ਤੇ ਤੁਹਾਡੀ ਪਹਿਚਾਣ ਆਪਣੇ ਆਪ ਹੀ ਬਣਨੀ ਸ਼ੁਰੂ ਹੋ ਜਾਣੀ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਜਦੋਂ ਗੁਰੂ ਦੇ ਅਸਥਾਨ ਬਣਨਗੇ, 2 ਵੇਲੇ ਜਦੋਂ ਸਤ ਸੰਗਤ ਹੋਵੇਗੀ ਆਪਸ 'ਚ, ਤੁਹਾਡੀ ਭਾਈਚਾਰਕ ਸਾਂਝ ਵੀ ਬਣੇਗੀ ਤੇ ਗੁਰੂ ਨਾਨਕ ਦੀ ਸਿੱਖੀ ਦਾ ਬੀਜ ਹੈ ਜਿਹੜਾ, ਉਹਨੂੰ ਵੀ ਫਲ ਲੱਗੇਗਾ। ਇਸੇ ਲਈ ਇਹਨਾਂ ਦੇਸ਼ਾਂ ਦੇ ਵਿੱਚ ਬਣੇ ਹੋਏ ਅਸਥਾਨ, ਉਹਨਾਂ ਗੁਰਮੁਖ ਪਿਆਰਿਆਂ ਦੀ ਮਿਹਨਤ, ਘਾਲਣਾ, ਕਮਾਈ, ਤੁਸੀਂ ਇੰਝ ਕਰੋ 1 ਮਿੰਟ ਲਈ ਮਹਿਸੂਸ ਕਰਕੇ ਇਹ ਅੰਦਰ ਆਪਣੇ ਜੇਨ ਵਿੱਚ ਲਿਆਓ। ਮੰਨ ਲਓ ਇੱਥੇ ਗੁਰਦੁਆਰਾ ਕੋਈ ਨਹੀਂ, ਅਮਰੀਕਾ ਕੈਨੇਡਾ ਕੋਈ ਗੁਰਦੁਆਰਾ ਨਹੀਂ, 1 ਮਿੰਟ ਲਈ ਇੱਦਾਂ ਸੋਚੋ। ਫਿਰ ਆਪਣੇ ਪਰਿਵਾਰ ਤੇ ਬੱਚਿਆਂ ਵੱਲ ਝਾਤ ਮਾਰੋ। ਕੱਲ ਮੈਂ ਆਨੰਦ ਕਾਰਜਾਂ ਤੇ ਅਰਜ਼ ਕੀਤੀ ਸੀ ਕਿ 30 ਅਕਤੂਬਰ 1908 ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਦੀ ਪ੍ਰੇਰਨਾ ਦੇ ਸਦਕਾ ਮਹਾਰਾਜਾ ਰਿਪੁਦਮਨ ਸਿੰਘ, ਕਿਸੇ ਨੂੰ ਯਾਦ ਨਹੀਂ, ਮਹਾਰਾਜਾ ਰਿਪੁਦਮਨ ਸਿੰਘ ਬੜਾ ਵੱਡਾ ਇੱਕ, ਜਿੱਥੇ ਉਹ ਰਾਜਾ ਤੇ ਹੈ ਹੀ ਸੀ, ਪਰ ਇੱਕ ਉਹ ਬਹੁਤ ਵੱਡਾ ਇੱਕ ਗੁਰਸਿੱਖ ਵੀ ਸੀ।
ਤੇ ਜਦੋਂ ਉਹ ਸਿੰਘਾਸਨ ਤੇ ਬੈਠਾ ਸੀ, ਉਹਨੇ ਅੰਮ੍ਰਿਤ ਦੀ ਦਾਤ ਅੱਜ ਤੱਕ ਵੇਖਿਆ ਕੋਈ ਰਾਜਾ ਗੁਰੂ ਦਾ ਸਿੱਖ ਹੋਵੇ? ਵੇਖਿਆ? ਬਿਲਕੁਲ ਨਹੀਂ, ਬਹੁਤ ਘੱਟ ਹੋਣਗੇ। ਉਹਨੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕੀਤੀ ਤੇ ਨਾਲ ਦੀ ਨਾਲ ਉਹਨੇ ਫਿਰ ਜਿਹੜਾ ਆਨੰਦ ਮੈਰਿਜ ਐਕਟ ਸੀ ਨਾ, 30 ਅਕਤੂਬਰ 1908 ਦੇ ਵਿੱਚ ਉਹਨੇ ਇਹ ਪਾਸ ਕੀਤਾ, ਲਾਗੂ ਕਰ ਦਿੱਤਾ ਕਿ ਹੁਣ ਸਿੱਖਾਂ ਦੇ ਜਿਹੜੇ ਆਨੰਦ ਕਾਰਜ ਨੇ, ਉਹਨਾਂ ਨੂੰ ਆਨੰਦ ਕਾਰਜ ਕਰਾਉਣ ਤੋਂ ਬਾਅਦ ਕੋਰਟ ਦੇ ਵਿੱਚ ਜੋ ਸਨਾਤਨੀ ਮਤ ਦੀ ਜੋ 25 ਧਾਰਾ ਦੇ ਤਹਿਤ ਜਿਹੜੀ ਹੈ ਉਹਦੇ ਮੁਤਾਬਕ ਈਸਾਈਆਂ ਤੇ ਬੋਧੀਆਂ ਤੇ ਸਿੱਖਾਂ ਨੂੰ ਹਿੰਦੂ ਘੋਸ਼ਿਤ ਕੀਤਾ ਗਿਆ ਵੀ ਹੁਣ ਤੁਹਾਨੂੰ ਕੋਈ ਨਹੀਂ ਕਰੇਗਾ। ਤੇ ਜਦੋਂ ਉਹ ਐਕਟ ਲਾਗੂ ਹੋ ਗਿਆ ਨਾ, ਜਿੰਨਾ ਚਿਰ ਤਾਂ ਉਹ ਰਿਹਾ ਉਹਨਾਂ ਚਿਰ ਆਨੰਦ ਮੈਰਿਜ ਐਕਟ ਲਾਗੂ ਰਿਹਾ। ਤੇ ਜਦੋਂ ਇੰਜ ਕਹਿ ਲਓ ਫਿਰ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਤੇ ਜਦੋਂ ਆਖਿਆ ਵੀ ਇਹ ਵੀ ਵਿੱਚ ਪਾ ਦਿਓ, ਕਹਿੰਦੇ ਇਹ ਖਾਰਜ ਕਰ ਦਿੱਤਾ ਗਿਆ। 2007 ਵਿੱਚ ਪਾਕਿਸਤਾਨ ਵਿੱਚ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਤੇ ਅੱਜ ਤੱਕ ਲਾਗੂ ਹੈ। ਤੁਸੀਂ ਇਸ ਮੁਲਕ ਵਿੱਚ ਆਉਂਦੇ ਹੋ, ਮੈਂ ਵੀ ਆਇਆ, ਤੁਸੀਂ ਵੀ, ਆਨੰਦ ਕਾਰਜ ਵੀ ਹੋ ਜਾਂਦੇ ਨੇ, ਪਰ ਜਿੰਨਾ ਚਿਰ ਤੁਹਾਨੂੰ ਕੋਰਟ ਕਚਹਿਰੀ ਵਿੱਚੋਂ ਸਰਟੀਫਿਕੇਟ ਨਹੀਂ ਮਿਲਦਾ ਉਹਨਾਂ ਚਿਰ ਤੁਸੀਂ ਜਹਾਜ਼ੇ ਨਹੀਂ ਬਹਿ ਸਕਦੇ, ਉਹਨਾਂ ਚਿਰ ਤੁਸੀਂ ਕੋਈ ਕਾਗਜ਼ ਅਪਲਾਈ ਨਹੀਂ ਕਰ ਸਕਦੇ। ਇਹਦਾ ਮਤਲਬ ਬੜੀ ਕੋਝੀ ਚਾਲ ਦੇ ਨਾਲ ਸਾਡੇ ਉਸ ਆਨੰਦ ਮੈਰਿਜ ਐਕਟ ਨੂੰ ਖਾਰਜ ਤਾਂ ਕੀਤਾ, ਇੱਕ ਤਾਂ ਸਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਤੇ ਦੂਜਾ ਇਸੇ ਆਨੰਦ ਕਾਰਜਾਂ ਨੂੰ ਕੋਰਟ ਵਿੱਚ ਜਦੋਂ ਜਾਓਗੇ ਤੇ ਉਦੋਂ ਤੁਹਾਡੀ ਜਿਹੜੀ ਆਰਥਿਕ ਪੂੰਜੀ ਹੈ, ਤੁਹਾਨੂੰ ਆਰਥਿਕ ਪੱਖੋਂ ਕਮਜ਼ੋਰ ਕਰਨਾ ਤੇ ਤੁਹਾਡੀ ਸੰਪਦਾ ਵੀ ਲੁੱਟਣੀ। ਦੋ ਤਰ੍ਹਾਂ ਦਾ ਡਾਕਾ ਇਹ ਲੋਕ ਤੁਹਾਡੀ ਕੌਮ ਤੇ ਮਾਰਨ ਲੱਗੇ ਨੇ। ਇੱਕ ਹੋਰ ਬੇਨਤੀ ਕਰਦੇ ਆ, ਕਈ ਸੱਜਣ ਕਹਿ ਦਿੰਦੇ ਨੇ ਜੀ ਕੀ ਲੋੜ ਹੈ ਗਿਆਨੀ ਜੀ ਕਹਿਣ ਦੀ। ਆ ਵੇਖਿਆ ਸੋਸ਼ਲ ਮੀਡੀਆ 500 ਕਿਸਾਨ ਦੀ ਇੰਜ ਕਹਿ ਲਓ ਮੌਤ ਕਹਿ ਲਓ ਜਾਂ ਸ਼ਹੀਦ ਹੋ ਚੁੱਕੇ ਨੇ, ਦੋਵੇਂ ਲਫ਼ਜ਼ ਵਰਤ ਦਿੱਤੇ, ਮੌਤ ਲਫ਼ਜ਼ ਵੀ ਮਾੜਾ ਨਹੀਂ ਹੈ। 500 ਕਿਸਾਨ ਵੀਰ ਸ਼ਹੀਦ ਹੋ ਗਏ, ਕਿਹਦੀ ਬਦੌਲਤ ਹੋਏ? ਜਿਹਨੂੰ ਹਜੂਰ ਸਾਹਿਬ ਜਾ ਕੇ ਤੁਸੀਂ ਵੇਖੋ, ਆ 2 ਦਿਨਾਂ ਦੀ ਗੱਲ ਹੀ ਹੈ, ਉਹਦੇ ਵਾਸਤੇ ਸਪੈਸ਼ਲ ਨਾ ਪਹਿਲਾਂ ਪੁਸ਼ਾਕ ਬਣਾਈ ਗਈ, ਉਹ ਪਤਾ ਨਹੀਂ ਕਿ ਅਮਿਤ ਸ਼ਾਹ ਕੀ ਉਹਦਾ ਨਾਮ, ਉਹਨੂੰ ਵਧੀਆ ਚੋਲਾ ਭੇਟ ਕੀਤਾ, ਠੀਕ ਹੈ ਜੀ, ਐਨ ਵੱਡੀ ਉਹਨੂੰ ਕਿਰਪਾਨ ਵੀ ਪਵਾਈ ਗਈ ਤੇ ਉਹਨੂੰ ਸਰੋਪਾ ਵੀ ਦਿੱਤਾ ਗਿਆ। ਕਿਹੜੀ ਗੱਲ ਦਾ ਸਰੋਪਾ ਦੇ ਰਹੇ ਹੋ ਕਿ ਕਿਸਾਨਾਂ ਨਾਲ ਤੁਸੀਂ ਧੱਕਾ ਕਰ ਰਹੇ ਹੋ, ਆਓ ਤੁਹਾਨੂੰ ਤਖਤਾਂ ਤੇ ਸਨਮਾਨਿਤ ਕਰੀਏ, ਆਓ ਜੀ ਆਓ। ਤੇ ਮੈਂ ਅਰਜ਼ ਕਰਦਾ ਸੀ ਵੀ ਇਹਨੂੰ ਚੋਲਾ ਵੀ ਪਵਾਤਾ, ਕਿਰਪਾਨ ਵੀ ਪਾਤੀ, ਦਾੜੀ ਉਹਨੇ ਰੱਖੀ ਕੋਈ ਨਹੀਂ ਤੇ ਉਹਨੂੰ ਸਾਰੇ ਕਕਾਰ ਪਾਤੇ। ਤੇ ਜੇ ਇੰਨਾ ਕੁਝ ਕਰਨਾ ਹੀ ਸੀ ਉਹਨੂੰ ਅੰਮ੍ਰਿਤ ਛਕਾ ਕੇ ਤੋਰਦੇ, ਫਿਰ ਕਕਾਰਾਂ ਦੀ ਬੇਅਦਬੀ ਕਾਹਨੂੰ ਕਰਨੀ ਸੀ। 500 ਕਿਸਾਨਾਂ ਦੀ ਮੌਤ ਸ਼ਹਾਦਤ ਤੋਂ ਬਾਅਦ ਵੀ ਸਾਨੂੰ ਅਜੇ ਤੱਕ ਜਾਗ ਨਹੀਂ ਆਈ। ਇੱਕ ਹੋਰ ਬੇਨਤੀ ਕਰਦੇ ਹਾਂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਾਂ ਕਈ ਦਫਾ ਕਹਿੰਦੇ ਆ ਕਿ ਜੀ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਨਹੀਂ ਹੋ ਨਹੀਂ ਰਹੀਆਂ। ਇੱਕ ਤਾਂ ਹੁੰਦਾ ਜੀ ਕੰਮ ਹੋ ਰਿਹਾ ਹੈ ਤੇ ਇੱਕ ਹੁੰਦਾ ਕਰਵਾਇਆ ਜਾ ਰਿਹਾ, ਬਹੁਤ ਫਰਕ ਹੈ। ਹੁਣ ਪੰਜਾਬ ਦੀ ਧਰਤੀ ਤੇ ਬੇਅਦਬੀਆਂ ਹੋ ਨਹੀਂ ਰਹੀਆਂ, ਕਰਵਾਈਆਂ ਜਾ ਰਹੀਆਂ ਨੇ। ਇਹ ਲੋਕ ਤਾਂ ਹੁਣ ਸਾਡੇ ਤਖਤਾਂ ਤੱਕ ਵੀ ਪਹੁੰਚ ਗਏ। ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ, ਵੇਖੋ ਝੂਠ ਬੋਲਣਾ ਮੇਰੀ ਤਾਂ ਜ਼ਮੀਰ ਆਗਿਆ ਨਹੀਂ ਦਿੰਦੀ ਵੀ ਮੈਂ ਐਵੇਂ ਤੇ ਪਿੱਲ ਜੇ ਕਰੀ ਜਾਵਾਂ। ਜਿਹੜੀ ਗੁਰੂ ਨੇ ਮੈਨੂੰ ਮੱਤ ਬਖਸ਼ੀ ਉਹ ਮੈਂ ਸੰਗਤ ਨਾਲ ਸਾਂਝੀ ਕਰਨੀ ਹੈ। ਇਹ ਲੋਕ ਹੁਣ ਸਾਡੇ ਤਖਤਾਂ ਤੱਕ ਵੀ ਪਹੁੰਚ ਗਏ। ਇੱਥੇ ਉਹ ਗੁਰੂ ਸਾਹਿਬ ਦਾ ਪ੍ਰਕਾਸ਼ ਹੈ। ਜੇ ਕੋਈ ਬੰਦਾ ਇੱਥੇ ਆ ਕੇ ਬੀੜੀ ਸੁੱਟੇ, ਬੀੜੀ ਸੁੱਟਣੀ ਦੂਰ ਦੀ ਗੱਲ, ਕੋਈ ਅੰਦਰ ਲਿਆ ਕੇ ਵਿਖਾਵੇ, ਚੋਰੀ ਤਾਂ ਲਿਆ ਵੱਖਰੀ ਗੱਲ ਹੈ। ਤੇ ਇਉਂ ਦੱਸੋ ਵੀ ਤੁਹਾਡੇ ਵਿੱਚੋਂ ਕਿੰਨੇ ਜਿਹੜੇ ਤੁਸੀਂ ਐਦਾਂ ਬੈਠੇ ਰਹੋਗੇ? ਆਹ ਜਿਹੜੀਆਂ ਕਿਰਪਾਨਾਂ, ਜਿਹੜੇ ਸ਼ਸਤਰ ਇਹ ਰੱਖੇ ਕਾਹਦੇ ਵਾਸਤੇ ਨੇ? ਇਹ ਕਿਸ ਲਈ ਨੇ? ਜੇ ਕੋਈ ਸਾਡੇ ਗੁਰੂ ਦੀ ਬੇਅਦਬੀ ਕਰੂਗਾ ਤਾਂ ਫਿਰ ਕੀ ਤੁਸੀਂ ਬਖਸ਼ ਦਿਓਗੇ? ਕਿ ਗੁਰੂ ਦੀ ਬੇਅਦਬੀ ਹੋਣ ਤੋਂ ਬਾਅਦ ਵੀ ਕੇਸਗੜ੍ਹ ਦੇ ਜਥੇਦਾਰ ਨੂੰ ਪੁੱਛਿਆ ਗਿਆ ਕਿ ਜੀ ਇੰਨਾ ਕੁਝ ਹੋ ਗਿਆ, ਆ ਜਿਹੜੀ ਟਾਸਕ ਫੋਰਸ ਰੱਖੀ ਹੈ ਕਿ ਇਹ ਸੰਗਤ ਨੂੰ ਕੁੱਟਣ ਵਾਸਤੇ ਰੱਖੀ ਗਈ ਹੈ? ਜਦੋਂ ਕੋਈ ਵਿਚਾਰੇ 1984 ਦਾ
दिन आउंदा है, शहीदां दी याद मनाउंदे है, संतां दा उत्थे जाके शहीदी दिहाड़ा मनाया जाता है, तो वो टास्क फोर्स उन्हां संगतां नूं वीडियो देख लो किरपानां ते डांगां नाल कुटदी है। जिहड़े तां गुरु दा शहीदी दिहाड़ा मनाउंदे ने जां अपने शहीदां दा यादगार मनाउंदे ने, उन्हां नूं तां वो मारदे कुटदे ने, पर जिहड़े गुरु ग्रंथ साहिब महाराज जी के उपर बीड़ियां दा धुआं छड्डदे ने, जदों पुछया गया भी की गल भी इन्ने तुसीं लक्कड़ बग्गे इत्थे रखे हुए ने, हत्थां 'च डांगां इन्हां दे, तां पता की कहंदा केसगढ़ दा जथेदार, ये पत्रकार ने सवाल पुछया सुनिया होवेगा, वो कहंदा जी मार क्यों ना दिंदे? जो पत्रकार कहंदा भी इन्ने उत्थे सेवादार ने, कहंदा लै असीं वो बंदे नूं मार के कतल केस पाउणा अपने, देखो कहंदे उहनूं मार के असीं कतल केस पाउणा ते फिर साडी जिम्मेवारी की है? फिर मिनटां दे विच दी किवें वो आउंदा है, वीडियो देखो किवें उहनूं नाल दी नाल उहदा बचाव करके लैके चले जांदे ने। मेरे कहण तो भाव ये है, वो बीड़ी का धुआं तो तुहाडे कोई मूँह वल करे ते तां कंन ते चपेड़ मारदे आ, पर ये तो गुरु ग्रंथ साहिब जी दे वल करके उन्हें बीड़ी रागी सिंघां दे मूहरे सुट दित्ती, ते सेवादारां दी हिम्मत नहीं पई कि उहनूं उत्थे सोधा ला दईए। खैर जिहड़ी मैं बेनती कर लगा सां, क्योंकि वर्तमान समय की गल करनी पएगी, क्योंकि जागण की लोड़ है। तुसीं बड़े जागे हो, इन्हां मुल्कां दे विच आपां रहने आ। मैं बेनती कर रहा सां कि फिर उदों फिर जिहड़े गुरमुख प्यारे सन, इन्हां ने उद्यम उपराला करके अज जे साडी सिखां की पहचान है ना इन्हां देशां विच, ये गुरुद्वारियां करके है, गुरु ग्रंथ साहिब महाराज जी करके है, गुरु की रहमत सदका है। जिस गुरु की गल गुरु अंगद देव महाराज करते हैं कि जिस प्यारे स्यों ने दे अर्थ ने प्रेम प्यार मुहब्बत, तिस आगे मर चलीए, कहते ओदे वास्ते तो मैं अपना आप भी निशावर कर दिया। खैर कहते जदों भाई लहणा जी खडूर साहब पहुंचे, उपरंत बाबा अमरदास जी, धन श्री गुरु अमरदास साहिब सच्चे पातशाह रहमतां दे सागर, जदों मिलाप होया ना गुरु अंगद देव महाराज सच्चे पातशाह दे नाल, तां फिर एक जिहड़ा सेवक सी ना, उहनूं गुरु पदवी मिल गई। पहलां मैं बेनती कीती सी, जदों भाई लहणा गुरु नानक पातशाह दे दर्शनां नूं जांदा है, तां उस वक्त करतारपुर साहब की धरती ते प्रोफैसर सहब सिंह ने लिखिया कि गुरु नानक साहब जी 4 उदासियां करन तो बाद अखीरला समा करतारपुर साहब वो 18 साल रहे। इतिहास में लिखे बोल ने 18 साल करतारपुर साहब की धरती ते रावी तो पार, ते इधरों जदों भाई लहणा गुरु चरणों दे विच जांदा है, ते नालदियां नूं कहंदा भी तुसीं जाओ देवी की उपासना करन, लाटां वाली जो भी सी पूजा पहला करते सन, कहंदे मैं सुनिया कि रावी तो पार नानक तपा रहिंदा, महिमा बहुत है ओदी, बहुत महिमा, ते रोज आप इधर देवियां की उपासना ते करदी आ, अज ओदे ना मैं दर्शन कर लवां। वो कहंदे जी तुसीं साडे मोढी हो, जे तुसीं उधर चल गए तो साडा आगू ते कोई है कोई नहीं, कहंदे जे उड़ीक करनी है तो कर लो, नहीं तुसीं चलो मैं तुहाडे पिछे आया। इतिहास कहंदे जदों भाई लहणा जी गुरु नानक देव सच्चे पातशाह जी के वल करतारपुर साहब की धरती ते जांदे ने, ते धन श्री गुरु नानक देव महाराज एक मंजे ते पए सन। अंतर जामी जानै बिन बोलत आप पछानै, जानी जान सतगुरु जी दिलां नूं, दिलां दी राह है सतगुरु जी मंजे तो उठे, ते उठ के आप अगों ते आवाज़ दे के आखिया, कहंदे भाई लहणा आ रहा, लैण वाला कहंदे आ रहा है, नाम भी लैणा ते लैण वाला आ रहा है, क्योंकि उन्हें अखीरला समा है। जिस समय भाई लहणा जी आए ना, धन श्री गुरु नानक देव सच्चे पातशाह जी अगों मिलते रहे, ते भाई लहणा इतिहास कहंदा घोड़ी के उपर असवार है, सतगुरु जी घोड़ी की लगाम पकड़ते नहीं, ते ना वाकफी भी किदां दी हुंदी है, अजे पूरी पहचान नहीं कि ये गुरु नानक ने।
और अगों लगाम पकड़ के हुण अगों भाई लहणा कहंदा जन्म साखी विच लिखिआ है। लहणा कहंदा भी गुरु नानक साहब जी कित्थे हन, उन्हां दा घर कित्थे है। गुरु नानक साहब तो ही गुरु नानक साहब का घर पुछदे ने, आपां गुरु तो ही गुरु दे बारे पुछना, किसी होर तो नहीं। कहन लगे गुरु नानक दा घर कित्थे है, वो कहंदे अगे है, अगे है, अगे है। कवि संतोख सिंह ने 7 वारी लिखी है ते इस गल विच कोई शक नहीं। पिछे जाओगे, जिहड़ा पछड़ जाए उहनूं पशु कहंदे ने। पशु लफ्ज़ ना पछड़न तो बणिआ, जिहड़ा इंसानी जामा धारण करके पछड़ जे ना, ते कई दफा आपां चंगे भले बंदे नूं भी कह दिंदे हां किवें पशुआं वाले काम करदा है। ਉਹ ਕਹੋ ਵੀ मैं तो इन्ना सजिया धजिया भी मैनू पशु क्यों कहते हैं। दरअसल जे बिरती पछड़ गई, गुरु अर्जन देव महाराज जी को पुछ लीए, पातशाह कहते करतूत पशु की मानस जात लोक पचारा करे दिन रात। पर लोगों को खुश कर लग्या, कर ले लोग खुश, किन्नियां को खुश कर लोगे। आपसी भाईचारक प्रेम भावना सांझ एक वखरी गल है। जे तुसीं कहो कि मैं किसी को खुश करना, सवाल ही नहीं पैदा होता कि तुहाडे ते कोई खुश हो जाए। घरे कोई समागम रख लो, पीजा छड्ड के भावें खोए दीआं पिन्नियां खवा दिओ, गड्डी 'च बैठन लगे बेल्ट खिंचण लगे कहणगे मिठा घट सी, आखो सतनाम, कर लो खुश। दुनिया ने नहीं खुश होना, पर सतगुरु जी कहते करतूत पशु की, भाव सुभाव करके ये पशु है, पर शरीरक तौर पर ये दुनिया नूं मनुख नज़र आ रहे हैं। गुरबाणी विच बड़ियां उदाहरणां ने, कहते अगे है, अगे है। तो जिस वक्त गुरु नानक पातशाह जी अपने स्थान पर लै जाते हैं, पता चलता है कि तां वाकई नानक तपाई है। हथ जोड़ के भाई लहणा घोड़ी तो उतरिया, कहता सतगुरु जी ये तो मेरे तो बहुत बड़ा अपराध अनर्थ पाप कह हो गया कि मैं घोड़ी ते चढ़ के आया। तो धन श्री गुरु नानक पातशाह जी कह लगे जिन्हों ने लैना होंदा ना वो घोड़ियां दी चढ़ के आउंदे ने, ते जिन्हों ने देना होंदा ते वो थल्ले खलोंदे ने। देखो आपसी कितनी मुहब्बत सने। कहते फिर धन श्री गुरु नानक देव सच्चे पातशाह दियां बख्शिशां, फिर भाई लहना लहना नहीं रहा। तो फिर जदों भाई लहणे नूं पता चलिया, गुरु नानक पातशाह ज्योति जोत समाए, ते उपरंत सतगुरां ने ये शब्द उचारिया सी, जिस प्यारे स्योने तिस आगे मर चलीए। जिस गुरु नाल इन्नी मुहब्बत प्यार है, उस गुरु नूं तां मैं अपना आप समर्पित कर दिना। त्रिग जीवन कहंदे संसार, कहंदे संसार विच रहना त्रिग है, तां कै पाछे जीवना। भाव ये नहीं भी आत्म हत्या कर लेनी। त्रिग जीवन तो मुराद ये वे कि रहना संसार विच है, पर उहदी याद तो बिना रहना, रहिंदी जिंदगी त्रिग है। उहदी याद तो बिना जिहड़ा जीवन बतीत करना वो त्रिग है। त्रिग जीवन संसार ताकै पाछे जीवना। तो सतगुरु गुरु अंगद देव महाराज सच्चे पातशाह का भी अज आपां गुरता गद्दी दिवस मना रहे हैं। तो सतगुरु गुरु अमरदास साहब जी की जी पावन बाणी आनंद साहब जी की आपां आरंभ की है, क्योंकि 1574 में आनंद बाणी उचारण की। फिर जिहड़े इन्हां दे गुरगद्दी नशीन जिन्हां नूं गुरता गद्दी दित्ती भाई जेठा जी नूं धन श्री गुरु रामदास साहब जी बने। तो फिर उन्होंने इस सूही राग दे विच जिहड़े 4 शब्द जिन्हों है तो छंतां दी बाणी, पर पंथ ने इनू लावां दे रूप दे विच प्रमाण किया। सिखां दे जिन्ना चिर ये 4 लावां दे पाठ नहीं ना होंदे, उन्ना चिर सिख दा विआह अधूरा है। वो निकाह हो सकता है, वो रिंग सरावणी हो सकती है, होर तरह तरह के तुसीं वेख दो भी तरीके साधन ने। पर साडा जिहड़ा आनंद कारज है, तो गुरु रामदास साहब जी ने देखिया कि जिहड़ी सिख कौम है ये निगार दे वल जा रही है। इन्हां दे उपर सनातनियां का बड़ा वड्डा इंज कह लो एक तरह का हमला हो रहा है। तो मेरे गुरु साहब जी ने ये 4 शब्द
ਹਰ ਪਹਿਲੜੀ ਲਾਮ ਪਰ ਬਿਰਤੀ 773 ਤੋਂ ਸ਼ੁਰੂ ਤੇ 74 ਤੇ ਸਮਾਪਤੀ। ਇਹ ਜਿੱਥੇ 4 ਲਾਵਾਂ ਨੇ, ਜਿੱਥੇ 2 ਦਿਲਾਂ ਦੀ ਗੱਲ ਕਰਦੇ ਨੇ, ਤੇ ਇਹਨਾਂ ਚਾਰੇ ਸ਼ਬਦਾਂ ਵਿੱਚ ਮੇਰੇ ਸਤਿਗੁਰੂ ਜੀ 2 ਪਰਿਵਾਰਾਂ ਦੀ ਵੀ ਨਾਲੋਂ ਨਾਲ ਗੱਲ ਕਰਦੇ ਨੇ। ਤੇ ਗੁਰੂ ਰਾਮਦਾਸ ਸਾਹਿਬ ਜੀ ਨੇ, ਤੇ ਫਿਰ ਵੇਖੋ ਮਹਾਰਾਜਾ ਰਿਪੁਦਮਨ ਸਿੰਘ ਦੀ ਮੈਂ ਗੱਲ ਕਰ ਰਿਹਾ ਸਾਂ ਕਿ ਉਹ ਕਿੰਨਾ ਵੱਡਾ ਯੋਧਾ ਸੀ, ਉਹਦੀ ਕਿੰਨੀ ਉੱਚੀ ਸੁੱਚੀ ਸੋਚ ਸੀ ਕਿ ਉਹਨੇ ਸਾਡੇ ਸਿੱਖਾਂ ਨੂੰ, ਸਿੱਖੀ ਨੂੰ ਤੇ ਸਾਡੇ ਇਸ ਆਨੰਦ ਕਾਰਜ ਨੂੰ ਤੇ ਗੁਰੂ ਦੀ ਮਰਜ਼ਾਦਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਤੇ ਜਿਉਂ ਹੀ ਉਹ ਸਿੰਘਾਸਨ ਤੇ ਬਹਿੰਦਾ ਤੇ ਇਹ ਆਨੰਦ ਮੈਰਿਜ ਐਕਟ ਕਹਿੰਦੇ ਇਹਨੂੰ ਲਾਗੂ ਕਰ ਦਿੰਦਾ ਹੈ। ਤੇ ਜਦੋਂ ਭਾਰਤ ਦਾ ਸੰਵਿਧਾਨ ਘੜਿਆ ਜਾਂਦਾ ਹੈ ਤਾਂ ਇਹਨੂੰ ਖਾਰਜ ਕਰ ਦਿੱਤਾ ਜਾਂਦਾ ਹੈ। ਪਤਾ ਕਿਉਂ? ਪਹਿਲਾਂ ਵੀ ਕਹਿ ਚੁੱਕੇ ਹਾਂ, ਤਾਂ ਕਿ ਸਾਨੂੰ ਭਾਵ ਹਿੰਦੂ ਘੋਸ਼ਿਤ ਕੀਤਾ ਜਾ ਸਕੇ ਕਿ ਭਾਵੇਂ ਤੁਹਾਡੇ ਆਨੰਦ ਕਾਰਜ ਹੁੰਦੇ ਨੇ ਪਰ ਇਹਨਾਂ ਨੂੰ ਕੋਰਟ ਵਿੱਚ ਪ੍ਰਵਾਨਗੀ ਨਹੀਂ। ਤੇ ਸਾਡੇ ਵਾਸਤੇ ਕਿੰਨੀ ਡੁੱਬ ਕੇ ਮਰਨ ਵਾਲੀ ਗੱਲ ਹੈ। ਕਿੰਨੇ ਲੋਕ ਆਏ, ਕਿੰਨਿਆਂ ਦਾ ਰਾਜ ਆਇਆ ਤੇ ਆ ਰਿਹਾ ਹੈ, ਤੇ ਹਿਬੜ ਕਰਦੇ ਲੋਕ ਉਹਨਾਂ ਦੇ ਪਿੱਛੇ ਭੱਜੇ ਫਿਰਦੇ ਨੇ। ਪਰ ਕਹਿੰਦੇ ਅੱਜ ਤੱਕ ਕਿਸੇ ਨੇ ਇਹ ਆਵਾਜ਼ ਨਹੀਂ ਉਠਾਈ, ਪਰ ਇੱਕ ਆਵਾਜ਼ ਉਠਾਈ ਸੀ 1999 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਉਹਨੇ ਆਵਾਜ਼ ਉਠਾਈ ਸੀ ਕਿ ਇਹ ਆਨੰਦ ਮੈਰਿਜ ਐਕਟ ਲਾਗੂ ਕਰੋ। ਪਰ ਵੇਖੋ ਰਾਜ ਉਹਨਾਂ ਦਾ ਬਹੁਤਾ ਸੀ, ਪਰ ਉਹਦੀ ਵਿਚਾਰੇ ਦੀ ਕਿਸੇ ਨੇ ਗੱਲ ਨਹੀਂ ਸੁਣੀ। ਇਹ ਮੈਂ ਤਾਂ ਬੇਨਤੀ ਕਰਦਾ ਵੀ ਜੇ ਉਹਨੇ ਗੁਰੂ ਦੀ ਗੱਲ, ਸਾਡੀ ਸਿੱਖੀ ਦੀ ਗੱਲ ਕੀਤੀ, ਮੈਂ ਤਾਂ ਉਸ ਲੀਡਰ ਦਾ ਨਾਮ ਲਿਆ, ਉਂਝ ਨਹੀਂ। ਪਰ ਹੋਰ ਕਿੰਨੇ ਆਏ ਤੇ ਆਉਣਗੇ ਤੇ ਤੁਹਾਡੀ ਆਨੰਦ ਮੈਰਿਜ ਐਕਟ ਦੀ ਗੱਲ ਕਿਸੇ ਨੇ ਨਹੀਂ ਕਰਨੀ, ਪਰ ਉਦੋਂ ਆਪਾਂ ਨੂੰ ਕਰਨਾ ਪੈਣਾ। ਖੈਰ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਆਨੰਦ ਸਾਹਿਬ ਜਿਹੜਾ ਆਪਾਂ ਆਰੰਭ ਕੀਤੀ ਸੀ ਇਹ ਬਾਣੀ, ਉਹਦੀ ਜਿਹੜੀ 20ਵੀਂ ਪੌੜੀ ਉਹਦੀ ਵਿਚਾਰ ਚੱਲ ਰਹੀ ਹੈ। ਪਿਛਲੀ ਪੌੜੀ ਸੀ ਜੀਓ ਮੈਲੇ ਬਾਹਰੋਂ ਨਿਰਮਲ, ਮੇਰੇ ਵਰਗਿਆਂ ਤੇ ਕਟਾਕਸ਼ ਕੀਤਾ, ਸਭ ਤੇ ਗੁਰੂ ਸਾਹਿਬ ਨੇ ਕਟਾਕਸ਼ ਕੀਤਾ ਸਾਂਝਾ। ਸਤਿਗੁਰਾਂ ਨੇ ਕਹਿ ਦਿੱਤਾ ਵੀ ਜਿਹੜੇ ਲੋਕ ਬਾਹਰੋਂ ਧਾਰਮਿਕ ਬਣੇ ਨੇ, ਜੀਓ ਨਿਰਮਲ, ਸਤਿਗੁਰਾਂ ਨੇ ਕਹਿ ਦਿੱਤਾ ਜੀਓ ਮੈਲੇ, ਭਾਵ ਜਿੰਦ ਕਰਕੇ ਮਨ ਕਰਕੇ ਉਹ ਮੈਲੇ ਨੇ। ਇੰਨੀ ਵੱਡੀ ਗੱਲ ਕਹਿਣੀ ਕੋਈ ਕੰਮ ਸੌਖਾ ਥੋੜੀ ਹੈ। ਕਿਸੇ ਨੂੰ ਕਹਿ ਕੇ ਦੇਖੋ, ਜਿਵੇਂ ਮੰਨ ਲਓ ਮੈਨੂੰ ਤੁਸੀਂ ਕਹਿ ਸਕਦੇ ਹੋ ਬਾਬੇ ਤੂੰ ਤਾਂ ਪਖੰਡ ਕਰਦਾ, ਹਿੰਮਤ ਹੀ ਨਹੀਂ ਪੈਣੀ ਤੁਹਾਡੀ। ਪਰ ਧੰਨ ਸਤਿਗੁਰੂ ਗੁਰੂ ਅਮਰਦਾਸ ਜੀ, ਕਿੰਨੀ ਵੱਡੀ ਸੋਚ ਪਾਤਸ਼ਾਹ ਨੇ। ਜੇ ਇਹ ਸਾਰਾ ਕੁਝ ਅਡੰਬਰ ਉਦੋਂ ਵੇਖਿਆ ਹੋਵੇਗਾ, ਲੋਕ ਧਰਮ ਦੇ ਨਾਂ ਤੇ ਅੰਦਰੋਂ ਮੈਲੇ ਸਨ ਤੇ ਬਾਹਰੋਂ ਧਾਰਮਿਕ ਬਣੇ ਸੀ, ਤੇ ਮੇਰੇ ਗੁਰੂ ਨੇ ਕਹਿ ਦਿੱਤਾ ਜੀਓ ਮੈਲੇ, ਕਹਿੰਦੇ ਜਿੰਦ ਕਰਕੇ ਮੈਲੇ ਹੋ, ਭਾਵ ਮਨ ਦੇ ਤੁਸੀਂ ਮੈਲੇ ਹੋ, ਬਾਹਰੋਂ ਨਿਰਮਲ, ਬਾਹਰੋਂ ਕਹਿੰਦੇ ਬੜੇ ਸੁਚੱਜੇ, ਬਾਹਰੋਂ ਬੜੇ ਬੀਬੇ ਬਣੇ ਹੋਏ ਹੋ। ਤੇ ਜਿੰਨੇ ਸੰਤ ਉਹਨੇ ਪੰਥ ਬਣ ਚੁੱਕੇ ਨੇ, ਹੁਣ ਕਿਵੇਂ ਕਰੇ। ਪਰ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਧਾਰਮਿਕ ਨੇ, ਜੀਓ ਤਾਂ ਮੈਲੇ, ਪਰ ਕਹਿੰਦੇ ਜੇ ਮਨ ਕਰਕੇ ਮੈਲੇ ਹੋ, ਤਿੰਨੀ ਜਨਮ ਜੂਏ ਹਾਰਿਆ। ਜੇ ਇੱਕ ਜੁਆਰੀ ਜੂਆ ਖੇਡਣ ਜਾਂਦਾ, ਜੇ ਅੱਜ ਹਾਰ ਜੇ ਨਾ ਤਾਂ ਅਗਲੇ ਦਿਨ ਕੇ ਜਿੱਤ ਵੀ ਸਕਦਾ ਹੈ, ਜੇ ਇੱਕ ਵਾਰੀ ਹਾਰ ਜੇ ਤਾਂ ਜਿੱਤ ਵੀ ਜਾਂਦਾ ਹੈ। ਪਰ ਮਨੁੱਖਾ ਜਨਮ ਦੀ ਬਾਜੀ, ਜੇ ਕੋਈ ਇੱਕ ਵਾਰੀ ਹਾਰ ਗਿਆ ਫਿਰ ਦੁਬਾਰੇ ਜਿੱਤ ਨਹੀਂ ਹੋਣੀ। ਤੇ ਅੱਜ ਦੀ ਪਾਵਨ ਵਿਚਾਰ ਹੈ ਜੀਓ ਨਿਰਮਲ ਬਾਹਰੋਂ ਨਿਰਮਲ, ਕਹਿੰਦੇ ਜਿਹੜੇ ਜਿੰਦ ਕਰਕੇ ਅੰਦਰੋਂ, ਪਹਿਲਾਂ ਜਿੰਦ ਮੈਲੀ ਦਾ ਜ਼ਿਕਰ ਕੀਤਾ ਤੇ ਬਾਹਰੋਂ ਧਰਮ ਦੀ ਗੱਲ, ਪਰ ਅਗਲੀ ਪੌੜੀ ਵਿੱਚ ਗੱਲ ਕਰਦੇ ਨੇ ਜੀਓ ਨਿਰਮਲ, ਭਾਵ ਜਿਹੜੇ ਜਿੰਦ ਕਰਕੇ ਨਿਰਮਲ ਨੇ, ਧਾਰਮਿਕ ਨੇ। ਧਾਰਮਿਕ ਤੋਂ ਭਾਵ ਜਿਹੜੇ ਆਪਣੇ ਫਰਜ਼ ਨੂੰ ਨਿਭਾਉਂਦੇ ਨੇ। ਸਤਿਗੁਰੂ ਕਹਿੰਦੇ ਜੀਓ ਨਿਰਮਲ ਬਾਹਰੋਂ ਨਿਰਮਲ, ਕਹਿੰਦੇ ਜਿਹੜੇ ਅੰਦਰੋਂ ਮੈਲੇ ਨੇ ਬਾਹਰੋਂ ਧਾਰਮਿਕ ਨੇ, ਜਿਹੜੇ ਬਾਹਰੋਂ ਧਾਰਮਿਕ ਨੇ ਅੰਦਰੋਂ ਮੈਲੇ ਨੇ। ਪਰ ਸਤਿਗੁਰੂ ਜੀ ਕਹਿੰਦੇ ਮੈਨੂੰ ਪਤਾ ਕਿਹੜਾ ਪ੍ਰਵਾਨ ਹੈ, ਜਿਹੜਾ ਬਾਹਰੋਂ ਵੀ ਧਾਰਮਿਕ ਹੈ ਤੇ ਅੰਦਰੋਂ ਸੋਚ ਕਰਕੇ ਵੀ ਧਾਰਮਿਕ ਨਿਰਮਲ ਹੈ। ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕਰਨੀ ਕਮਾਣੀ ਉੱਚਾ ਆਚਰਣ, ਕਰੈਕਟਰ, ਜੀਵਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜੀ ਬਖਸ਼ਿਸ਼ ਹੈ ਨਾ ਸਤਿਗੁਰ ਤੇ ਕਰਨੀ ਕਮਾਣੀ, ਇਹ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ ਜਿਸ ਦੇ ਉੱਪਰ ਗੁਰੂ ਨੇ ਪੂਰਨ ਰੂਪ ਦੇ ਵਿੱਚ ਕਿਰਪਾ ਕਰ ਦਿੱਤੀ। ਜੁਗਤ ਪਛਾਨੀ ਤੋਂ ਭਾਵ ਜਿਹਨੇ ਜ਼ਿੰਦਗੀ ਜਿਉਣ ਦਾ
ਤਰੀਕਾ ਸਿੱਖ ਲਿਆ ਤੇ ਸਤਿਗੁਰੂ ਕਹਿੰਦੇ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਉਹ ਇਸ ਜੁਗਤੀ ਨੂੰ ਪਛਾਣੇਗਾ ਸਮਝੇਗਾ। ਪਰ ਅਖੀਰ ਵਿੱਚ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ, ਗੋ ਧਰਤੀ ਬਿੰਦ ਪਾਲਣਾ ਕਰਨ ਵਾਲਾ। ਕਹਿੰਦੇ ਉਹ ਪਰਿਪੂਰਨ ਪ੍ਰਮਾਤਮਾ ਦੇ ਵਿੱਚ ਉਹ ਸੁਰਤ ਤੇ ਸ਼ਬਦ ਕਰਕੇ ਇੰਜ ਲੀਨ ਹੋ ਜਾਂਦਾ ਜਿਉਂ ਪਾਨੀ ਸੰਗ ਪਾਨੀ। ਭਾਵ ਜੇ ਤੁਸੀਂ ਇੱਕ ਨਲਕੇ ਦਾ ਪਾਣੀ ਜਾਂ ਨਦੀ ਦਾ ਅੱਡ ਅੱਡ ਤੇ ਇਕੱਠਾ ਕਰਕੇ ਕਹੋ ਵੀ ਹੁਣ ਦੋਵੇਂ ਅੱਡ ਅੱਡ ਕਰ ਦਿਓ, ਨਹੀਂ ਹੋ ਸਕਦੇ। ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਸਿੱਖ ਲੈਂਦਾ ਮੇਰੇ ਸਤਿਗੁਰੂ ਜੀ ਕਹਿੰਦੇ ਉਹ ਆਪਣੇ ਮਾਲਕ ਵਿੱਚ ਐਦਾਂ ਭੇਦ ਹੋ ਜਾਂਦਾ ਹੈ। ਬਾਹਰੋਂ ਨਿਰਮਲ, ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ। ਕੂੜ ਕੀ ਹੈ ਖਬਰ, ਕੂੜ ਦਾ ਉੱਥੇ ਫਿਰ ਜ਼ਿਕਰ ਹੀ ਨਹੀਂ ਹੁੰਦਾ। ਭਾਵ ਜਿਹੜਾ ਅੰਦਰੋਂ ਵੀ ਨਿਰਮਲ ਹੈ ਤੇ ਬਾਹਰੋਂ ਵੀ ਨਿਰਮਲ ਹੈ। ਭਾਵ ਅੰਦਰ ਵੀ ਮੈਲ ਕੋਈ ਨਹੀਂ ਤੇ ਬਾਹਰਲੇ ਲਿਬਾਸ ਵਿੱਚ ਵੀ ਮੈਲ ਕੋਈ ਨਹੀਂ। ਮੈਂ ਕਹਿੰਦਾ ਗੁਰੂ ਸਾਹਿਬ ਜੀ ਕਿੰਨੇ ਮਹਾਨ ਨੇ, ਕਿੰਨਾ ਉਹਨਾਂ ਦਾ ਜ਼ਿਕਰ ਹੈ, ਜਿਨ੍ਹਾਂ ਨੇ ਲਿਖਤੀ ਰੂਪ ਦੇ ਵਿੱਚ ਸਭ ਕੁਝ ਲਿਖ ਦਿੱਤਾ। ਬਾਣੀ ਰੂਪ ਦੇ ਵਿੱਚ ਸਾਨੂੰ ਤਾਂ ਕਈ ਦਫਾ ਨਾ ਜਦੋਂ ਕਥਾ ਕਰੀਦੀ ਹੈ ਨਾ, ਵੈਸੇ ਗੁਰੂ ਕਿਰਪਾ ਸਦਕਾ ਡਰ ਜਾ ਤਾਂ ਨਹੀਂ ਲੱਗਦਾ, ਪਰ ਫਿਰ ਵੀ ਕਦੇ ਕਦੇ ਆ ਹੀ ਜਾਂਦਾ ਡਰ ਵੀ ਪਤਾ ਨਹੀਂ ਕੀ ਕਹਿਣਗੇ ਲੋਕ, ਗੁੱਸੇ ਨਾ ਹੋ ਜਾਣ। ਨਾਲੇ ਜੇ ਗੁੱਸੇ ਵੀ ਹੋ ਜਾਣ ਨਾ, ਇਹਨਾਂ ਨੇ ਤੁਹਾਡਾ ਨਾ ਕੋਈ ਸਵਾਰਨਾ ਨਾ ਵਿਗਾੜਨਾ, ਹੋਇਆ ਰਵੇ ਕੋਈ ਗੁੱਸੇ ਫਿਰ ਕੀ ਹੋਣਾ। ਪਰ ਫਿਰ ਵੀ ਅਸੀਂ ਇੱਕ ਇਨਸਾਨ ਮਨ ਵਿੱਚ ਕਿਤੇ ਨਾ ਕਿਤੇ ਆ ਜਾਂਦਾ ਹੈ। ਪਰ ਧੰਨ ਗੁਰੂ ਅਮਰਦਾਸ ਜੀ ਕਿੰਨੇ ਮਹਾਨ ਨੇ ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ। ਕਹਿੰਦੇ ਕੂੜ ਕੀ ਸੋਏ, ਸੋਏ ਦੇ ਅਰਥ ਨੇ ਖਬਰ। ਸੋਏ ਆਪਾਂ ਕਹਿੰਦੇ ਆ, ਮੈਨੂੰ ਥੋੜੀ ਜਿਹੀ ਸੋਏ ਕਹੀ ਆ ਕੰਨ 'ਚ, ਇਹ ਠੇਠ ਪੰਜਾਬੀ ਦਾ ਲਫ਼ਜ਼ ਹੈ। ਪਾਤਸ਼ਾਹ ਕਹਿੰਦੇ ਜਿਹੜੇ ਉਸ ਮਾਲਕ ਨਾਲ ਜੁੜ ਜਾਂਦੇ ਨੇ ਅੰਦਰੋਂ ਤੇ ਬਾਹਰੋਂ, ਜਿਹੜੇ ਧਾਰਮਿਕ ਨੇ, ਜੀਵਨ ਜਿਨ੍ਹਾਂ ਦਾ ਉੱਚਾ ਹੋ ਜਾਂਦਾ ਹੈ, ਕਹਿੰਦੇ ਉੱਥੇ ਫਿਰ ਕੂੜ ਕੀ ਸੋਏ। ਕਹਿੰਦੇ ਝੂਠ ਨਾਲ ਤਾਂ ਕੀ ਜੁੜਨਾ ਹੈ, ਪਰ ਕਹਿੰਦੇ ਝੂਠ ਦੀ ਸੋ ਵੀ ਉਹਨਾਂ ਕੰਨਾਂ ਵਿੱਚ ਜਾ ਨਹੀਂ ਸਕਦੀ। ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ, ਸੱਚ ਸਮਾਣੀ। ਕਿਉਂਕਿ ਮਨ ਕਰਕੇ ਉਹ ਆਪਣੇ ਵਾਹਿਗੁਰੂ ਦੇ ਨਾਲ, ਆਪਣੇ ਪਰਮਾਤਮਾ ਦੇ ਵਿੱਚ ਇੰਨੇ ਕੁ ਮਿਲ ਜਾਂਦੇ ਨੇ। ਅਖੀਰਲੇ ਬਚਨ ਨੇ ਸਤਿਗੁਰਾਂ ਦੇ, ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ। ਜਨਮ ਰਤਨ, ਇੱਕ ਤੇ ਹੀਰੇ ਮੋਤੀ ਜਵਾਹਰਤਨ ਨੇ, ਇੱਕ ਤਾਂ ਇਹ ਨੇ। ਇਹਨਾਂ ਦੀ ਤਾਂ ਕੋਈ ਨਾ ਕੋਈ ਇੰਜ ਕਹਿ ਲਓ, ਇਹਨਾਂ ਦੀ ਤਾਂ ਕੋਈ ਨਾ ਕੋਈ ਭੇਟਾ ਹੋ ਸਕਦੀ ਆ, ਜਾਂ ਇੰਜ ਕਹਿ ਲਓ ਰੇਟ ਹੋ ਸਕਦਾ ਹੈ। ਪਰ ਕਹਿੰਦੇ ਮਨੁੱਖਾ ਜਨਮ ਹੈ ਨਾ, ਇਹਦੀ ਕੋਈ ਵੀ ਕੀਮਤ ਨਹੀਂ ਹੈ। ਜਨਮ ਰਤਨ ਜਿਨੀ ਖਟਿਆ, ਜਿਨ੍ਹਾਂ ਨੇ ਇਸ ਮਨੁੱਖਾ ਜਨਮ ਨੂੰ, ਜਿਹੜਾ ਵਾਹਿਗੁਰੂ ਨੇ ਰਤਨ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਜਿਹਨੇ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਗੁਰੂ ਦੇ ਸ਼ਬਦ ਨਾਲ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਗਾਓ, ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜ ਗਏ ਤੇ ਜਿਨ੍ਹਾਂ ਨੇ ਜ਼ਿੰਦਗੀ ਜਿਉਣ ਦਾ ਤਰੀਕਾ ਤੇ ਲਾਹਾ ਕੱਟ ਲਿਆ। ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ। ਕੋਈ ਵਪਾਰ ਕਰਦਾ ਹੈ, ਕਿਸੇ ਦਾ ਬਿਜ਼ਨਸ ਹੈ, ਕੋਈ ਬੜੇ ਵਧੀਆ ਢੰਗ ਨਾਲ ਕਰੇ, ਆਪਾਂ ਕਹਿੰਦੇ ਉਹਨੂੰ ਬੜਾ ਤਰੀਕਾ ਹੈ ਬਿਜ਼ਨਸ ਕਰਨ ਦਾ, ਵਪਾਰ ਕਰਨ ਦਾ। ਇਹ ਹੈਗੀ ਦੁਨਿਆਵੀ ਗੱਲ, ਪਰ ਇਹ ਹੈ ਧਾਰਮਿਕ ਗੱਲ। ਪਾਤਸ਼ਾਹ ਜੀ ਕਹਿੰਦੇ ਦੁਨਿਆਵੀ ਤੌਰ ਤੇ ਤਾਂ ਬਿਜ਼ਨਸ ਵਪਾਰ ਕਰਨ ਵਾਲੇ ਵਣਜਾਰੇ ਬਹੁਤ ਹੋਣਗੇ, ਪਰ ਕਹਿੰਦੇ ਜਿਨ੍ਹਾਂ ਨੇ ਮਨੁੱਖਾ ਜਨਮ ਨੂੰ ਸਫਲ ਕਰ ਲਿਆ, ਕਹਿੰਦੇ ਭਲੇ ਉਹ ਬਹੁਤ ਚੰਗੇ ਨੇ, ਉਹ ਬਹੁਤ ਮਹਾਨ ਨੇ। ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਕਿੰਨੀ ਮਹਾਨ ਗੱਲ ਮੇਰੇ ਗੁਰੂ ਸਾਹਿਬ ਨੇ ਕਹੀ। ਕਹਿੰਦੇ ਕਹਿ ਨਾਨਕ ਜਿਨ ਮਨ ਨਿਰਮਲ, ਜਿਨ੍ਹਾਂ ਦੇ ਮਨ ਨਿਰਮਲ ਨੇ ਨਾ, ਨਿਰਮਲ, ਗੁਰੂ ਉਹਨਾਂ ਦੇ ਨਾਲ ਨਾਲ ਰਹਿੰਦਾ ਹੈ। ਉਹ ਭਾਵੇਂ ਕੋਈ ਟਰੱਕ ਚਲਾਉਂਦਾ, ਭਾਵੇਂ ਬੱਸ ਚਲਾਉਂਦਾ, ਭਾਵੇਂ ਕੋਈ ਬਿਜ਼ਨਸ ਕਿਰਤ ਕਮਾਈ ਕਰਦਾ, ਜਿਹੜਾ ਮਰਜ਼ੀ ਵਪਾਰ ਕਰਦਾ ਹੋਵੇ, ਪਰ ਕਹਿੰਦੇ ਜੇ ਤੁਹਾਡਾ ਮਨ ਨਿਰਮਲ ਹੈ, ਸਮਝੋ ਗੁਰੂ ਤੁਹਾਡੇ ਨਾਲ ਹੈ।
जे तुहाडे मन विच खोट नहीं, मैं अपनी भी गल करदा ते मेरे सतगुरु जी कहंदे भावें तूं गुरु कोल बैठा है फिर भी गुरु तेरे नाल नहीं है। कहे नानक जिन मन निर्मल, निर्मल दे अर्थ ने पवित्र, कोई मैल नहीं, कोई ईर्खा द्वेष नहीं, जिथे सुभाव ये बन गया कि बिसर गई सब तात पराई, जब ते साध संगत मोहे पाई। पातशाह कहते कहे नानक जिन मन निर्मल सदा रहे गुर नाले, ते गुरु नाल किवें रहिंदा, गुर का बचन बसै जी नाले। जी कहते जिंद नूं, जल नहीं डूबे तस्कर चोर। पातशाह जी कहते जल नहीं डूबे तस्कर नहीं लेवै, भाए ना साकै जाले। भा कहते अग नूं लैंदे पंजाब दी बोली, कहते जो गुरु नाल वसदा होवे ना, गुर का बचन बसै जी नाले जिंद दे नाल, तां गुरु दी बख्शिश नूं ना तां पानी डोब सकदा, ना अग साड़ सकदी है, ते ना ही गुरु दे बचन दी कोई चोरी भी करके लिजा सकदा। ये है हर नाम धन निर्मल अत अपारा, गुरु कै शब्द भरे भंडारा। इन्नी हाजरी आप संगत ने प्रवान करनी, पातशाह जी मेहर करन कृपा करन। सो अज आप सारे ही गदरी बाबे इतिहासक स्थान गुरुद्वारा साहिब स्टाकटन विखे गुरु साहिबानां दे जिथे गुरपुरब प्रकाश पुरब मना रहे हैं, ते नाल ही गुरु साहिब जी का गुरगद्दी दिवस भी मना रहे हैं। अति सत्कारयोग बापू दलवीर सिंह जी हुंदल तिन्हां दे समुचे परिवार वालों ते अपनी पोतरी सुहावी कौर जी के जन्म दिन की खुशी दे विच मैं उत्थे दीवान विच भी बेनती की, जिथे भोग पिया। पुछया बापू उम्र कितनी? कहना 84 साल की, अजे ऐनक नहीं लगी। 84 साल की उम्र है, जो पाठ करते हैं बोल के। मैं क्या मेरा तो 82 का जन्म है, 40 साल का नहीं होया, मैनू भी कई दफ़ा अखर चंगी तरह दिसदे नहीं। कि मैं तां अर्ज की है कि जो पुराने बजुर्ग है ना, एक तो मनोबल इन्हां दा बड़ा तगड़ा होंदा कि खुराकां चंगियां इन्हां दियां छकियां होंदियां, ते असीं ते इंज करो पीजे बर्गरां करके साडी ये हालत बनी हुई है। पर ये पुराने बजुर्गों दीयां खाधियां खुराकां जो सानू गुरु साहिबान ने भी बाणी विच जिक्र किया कि बाबा होर खाना खुशी खुवार, जित खाधे तन पीड़िए मन में चले विकार भुल चुकदी क्षमा। अगला समा आओ वीर अमरजीत सिंह जी प्रमुख सैकटरी तिन्हां तो श्रवण करते हैं। वाहिगुरू जी का खालसा वाहिगुरू जी की फतेह। जिस प्यारे सिर तिस आगे मर चलिए, त्रिक जीवन संसार ताके पाछे जीवन। गुरु प्यारे साध संगत जी, वाहिगुरू जी का खालसा वाहिगुरू जी की फतेह। भाई साहब भाई गुरसेवक सिंह जी उन्होंने कथा की है, आप सारे ने श्रवण की है। जिस प्यारे सिर ने नेह का मतलब की है प्यार, ते प्यार कहनिया दाता दे नाल निकासन, प्यार दाते दे नाल होना चाहिए है। जे दाते दे नाल साडा प्यार होवे ते अज जो साडे हालात जो बयानियां जो इंडिया के विच हर दिन हर नित नवां कांड उत्थे वापरदा है, जे साडा वाकिया ही गुरु चरणों के नाल प्यार होवे ते इन्ना कुछ नहीं होना चाहिए। मैं पिछले संडे इत्थे गुरु घर दे विच आ नहीं सकिया, दोनों हथ जोड़ के सारी संगत तो माफ़ी मंगदा हाँ, क्योंकि बाबा जी के नाल गुरबाणी कंठ मुकाबलिਆਂ ਦੇ ਲਈ जो बच्चों के दाखले फार्म भरने सन, उस वास्ते असीं अफसर ढेर सन, तो उस